परतख गुरु निस्तारे। बाह बाह बाणी निरंकार है, तिस जे वड अवर न कोय। सो कहो टल गुर सेविय, अहनिस सहज सुभाए। दर्शन परसे गुरु कै, जन्म मरण दुख जाए। दर्शन परसे गुरु कै, जन्म मरण दुख जाए। परम सन्मानयोग साहिब सच्चे पातशाह, जुगो जुग अटल चबर छतर तख्त दे मालक समरथ गुरदेव धन गुरु ग्रंथ साहिब महाराज जी की पावन गोद अंदर सुभाएमान गुरु प्यारी साध संगत जी वडभागे हाँ, जो सतगुरु जी की मुबारक गोद अंदर बैठ के गुरु ग्रंथ साहिब महाराज जी के पहले प्रकाश दिहाड़े नूं मुख रखते हुए गुरु चरनां विच एकत्र हो के गुरमत समागमां दे अंदर हाजरियां भर रहे सी। आओ इलाही बाणी दे अमृतमयी कीर्तन सरवण करन तो उपरंत सब ते उत्तम हर की कथा नाम सुनत दर्द दुख लथा गुरमत विचारां करन दा सुभाग समा प्राप्त होया। आओ गुरु प्यारिओ मन की एकाग्रता बना के समाधियां लाइए। साहिब जी दे पावन गुरमत विचार आरंभ करन तो पहला धन गुरु कलगीधर महाराज जी की पावन बख्शिश फतेह नाल सांझ करिए। आखो जी वाहिगुरु जी का खालसा वाहिगुरु जी की फतेह। भाई गुरदास जी ने जदों गुरु नानक साहब महाराज जी की महानता की गल की, गुरु नानक साहब महाराज जी की वडियाई करते हुए भाई गुरदास जी कहते ज़ाहर पीर जगत गुर बाबा। बड़ा ध्यान दे के सरवण करन दा यतन करना। वो कहते गुरु नानक जगत दे गुरु ने। ये गल पूरी दुनिया में प्रगट हो गई कि गुरु नानक सच्चे पातशाह जी पूरी खलकत दे गुरु ने। जदों ये गल जगत विच प्रगट होई, गुरु नानक की महानता, गुरु नानक की वडियाई, गुरु नानक की प्रसिद्धि पूरे जगत विच प्रगट हो गई तो पूरा जगत ये मनन लग पिया भी गुरु नानक पूरी मनुखता दे गुरु ने। फिर सहज एक सवाल पैदा होया, गुरु नानक आप इन्ने महान ने, जिहड़ा इन्हां दा गुरु होवेगा वो कितना महान होवेगा। गुरु नानक जगत दे गुरु ने, गुरु नानक दा गुरु ते फिर गुरु नानक तो भी बहुत ज़्यादा महान होवेगा। एक सवाल पैदा होया, गुरु नानक दा गुरु कौन है? गुरु नानक दा गुरु कौन है? ये सवाल साडे मन विच भी पैदा होवेगा ते उस वेले अनेकां दे मन विच ये सवाल पैदा होया
ਗੁਰੂ ਨਾਨਕ ਦਾ ਗੁਰੂ ਕੌਣ ਹੈ? ਜਿਹੜੇ ਆਪ ਇੰਨੇ ਮਹਾਨ ਨੇ, ਉਹਨਾਂ ਦਾ ਗੁਰੂ ਕਿੰਨਾ ਮਹਾਨ ਹੋਵੇਗਾ। ਇਹ ਸਵਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਦਰਜ ਹੈ। ਸਿੱਧ ਗੋਸ਼ਟ ਦੀ ਪਾਵਨ ਬਾਣੀ ਰਾਮਕਲੀ ਰਾਗ ਦੇ ਅੰਦਰ 73 ਪੌੜੀਆਂ ਨੇ ਉਸ ਪਾਵਨ ਬਾਣੀ ਦੀਆਂ, ਤੇ 24 ਦੇ ਕਰੀਬ ਸਵਾਲ ਨੇ। 73 ਪੌੜੀਆਂ ਨੇ ਸਿੱਧ ਗੋਸ਼ਟ ਦੀ ਪਾਵਨ ਬਾਣੀ ਦੀਆਂ, ਤੇ 24 ਦੇ ਕਰੀਬ ਸਵਾਲ ਨੇ। ਜਿਹੜੇ ਸਵਾਲ ਸਿੱਧਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕੀਤੇ, ਉਹ ਗੁਰੂ ਨਾਨਕ ਦੀ ਵਡਿਆਈ ਵੇਖ ਕੇ, ਗੁਰੂ ਨਾਨਕ ਦੀ ਸ਼ੋਭਾ ਵੇਖ ਕੇ, ਗੁਰੂ ਨਾਨਕ ਦੀ ਮਹਾਨਤਾ ਨੂੰ ਵੇਖ ਕੇ ਫਿਰ ਇੱਕ ਸਵਾਲ ਕਰਦੇ ਨੇ ਕਿ ਕਬਣ ਮੂਲ ਕਬਣ ਮਤ ਬੇਲਾ, ਤੇਰਾ ਕਬਣ ਗੁਰੂ ਕਿਸ ਕਾ ਤੂ ਚੇਲਾ। ਬੜਾ ਧਿਆਨ ਦੇ ਕੇ ਇਸ ਗੱਲ ਨੂੰ ਸਮਝਣਾ। ਸਵਾਲ ਕੀਤਾ ਉਹਨਾਂ ਨੇ ਕਿ ਜੀਵਨ ਦਾ ਮੁੱਢ ਕੀ ਹੈ? ਇਹ ਜੀਵਨ ਮਿਲਿਆ ਕਿਹਦੀ ਮੱਤ ਲੈਣ ਦਾ ਵੇਲਾ ਹੈ? ਨਾਨਕ ਜੀਓ, ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਸ ਦੇ ਚੇਲੇ? ਜਦੋਂ ਇਹ ਸਵਾਲ ਪ੍ਰਗਟ ਹੋਇਆ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਦਾ ਜਵਾਬ ਬੜਾ ਕਮਾਲ ਦਾ ਦਿੱਤਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਧੋ, ਜਦੋਂ ਦਾ ਇਸ ਸਰੀਰ ਦੇ ਵਿੱਚ ਪਵਨ ਆਰੰਭ ਹੋ ਗਿਆ, ਭਾਵ ਇਸ ਸਰੀਰ ਦੇ ਵਿੱਚ ਸਵਾਸ ਜਦੋਂ ਦੇ ਆਰੰਭ ਹੋ ਗਏ ਨੇ, ਬਸ ਉਦਣ ਤੋਂ ਇਸ ਗੱਲ ਦਾ ਗਿਆਨ ਹੋ ਗਿਆ ਸੀ ਕਿ ਇਹ ਜਿਹੜਾ ਜ਼ਿੰਦਗੀ ਦਾ ਸਮਾਂ ਮਿਲਿਆ, ਇਹ ਗੁਰੂ ਦੀ ਮੱਤ ਲੈਣ ਦਾ ਵੇਲਾ ਹੈ। ਸਵਾਲ ਫਿਰ ਉੱਥੇ ਖੜਾ ਹੈ। ਇਹ ਸਰੀਰ, ਇਹ ਜੀਵਨ ਜਿਹਦੇ ਵਿੱਚ ਸਵਾਸ ਚੱਲੇ ਨੇ, ਪਵਨ ਚੱਲਦਾ ਪਿਆ, ਪਵਨ ਆਰੰਭ ਹੋਇਆ, ਪਤਾ ਲੱਗ ਗਿਆ ਕਿ ਇਹ ਜ਼ਿੰਦਗੀ ਮਿਲੀ ਹੈ, ਗੁਰੂ ਦੀ ਮੱਤ ਲੈਣ ਦਾ ਵੇਲਾ ਹੈ। ਪਰ ਕਿਸ ਗੁਰੂ ਦੇ? ਫਿਰ ਸਵਾਲ ਉੱਥੇ ਖੜਾ ਹੈ, ਕਿਹੜੇ ਗੁਰੂ ਦੀ ਮੱਤ ਲੈਣ ਦਾ ਵੇਲਾ ਹੈ? ਫਿਰ ਇਹਦਾ ਜਵਾਬ ਨਾਲ ਹੀ ਦਿੱਤਾ ਗਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਦੋ ਜਵਾਬ ਨੇ। ਪਹਿਲਾਂ ਇਹ ਗੱਲ ਕਹੀ ਗਈ ਵੀ ਤੇਰਾ ਗੁਰੂ ਕੌਣ ਹੈ, ਤੇ ਇਹ ਕਿਹਦੀ ਮੱਤ ਲੈਣ ਦਾ ਵੇਲਾ ਹੈ? ਇਹਦਾ ਜਵਾਬ ਇੱਕੋ ਸੀ, ਮੇਰਾ ਗੁਰੂ ਸ਼ਬਦ ਹੈ, ਤੇ ਇਹ ਜ਼ਿੰਦਗੀ ਪ੍ਰਾਪਤ ਹੋਈ ਹੈ ਗੁਰੂ ਸ਼ਬਦ ਤੋਂ ਮਤ ਲੈਣੀ, ਗੁਰੂ ਸ਼ਬਦ ਤੋਂ ਅਕਲ ਲੈਣੀ। ਪਰ ਅਕਲ ਲੈਣੀ ਕਿਹਨੇ ਹੈ? ਸ਼ਬਦ ਗੁਰੂ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ, ਫਿਰ ਸ਼ਬਦ ਗੁਰੂ ਦਾ ਚੇਲਾ ਸਰੀਰ ਨਹੀਂ ਹੋ ਸਕਦਾ। ਸਰੀਰ ਨੂੰ ਗੁਰੂ ਨੇ ਕਿਹਾ, ਸ਼ਬਦ ਨੂੰ ਗੁਰੂ ਕਿਹਾ, ਫਿਰ ਸ਼ਬਦ ਗੁਰੂ ਦਾ ਚੇਲਾ ਸਰੀਰ ਨਹੀਂ ਹੋ ਸਕਦਾ। ਇਹਦਾ ਚੇਲਾ ਵੀ ਸੁਰਤ ਨੇ ਬਣਨਾ ਹੈ। ਔਰ ਇਸ ਗੱਲ ਨੂੰ ਧਿਆਨ ਦੇ ਕੇ ਸਮਝਣਾ, ਜਿੱਦਣ ਸਾਡੀ ਸੁਰਤ ਵਿੱਚ ਗੁਰੂ ਸ਼ਬਦ ਆ ਕੇ ਟਿਕ ਗਿਆ, ਉਦਣ ਸਾਡੀ ਸੂਰਤ ਅਤੇ ਸੀਰਤ ਆਪਣੇ ਆਪ ਗੁਰੂ ਵਰਗੀ ਬਣ ਜਾਣੀ। ਉਦਣ ਸਾਡੀ ਸੂਰਤ ਅਤੇ ਸੀਰਤ ਆਪਣੇ ਆਪ ਗੁਰੂ ਵਰਗੀ ਬਣ ਜਾਣੀ। ਫਿਰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਮੈਂ ਕੇਸ ਰੱਖਾਂ ਕਿ ਨਾ ਰੱਖਾਂ, ਅੰਦਰੋਂ ਗੁਰੂ ਸ਼ਬਦ ਨੇ ਆਵਾਜ਼ ਦੇ ਦੇਣੀ ਹੈ ਕਿ ਸਾਬਤ ਸੂਰਤ ਦਸਤਾਰ ਸਿਰਾ। ਫਿਰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਮੈਂ ਅੰਮ੍ਰਿਤ ਵੇਲੇ ਉੱਠਾਂ ਕਿ ਨਾ ਉੱਠਾਂ, ਅੰਦਰੋਂ ਗੁਰੂ ਸ਼ਬਦ ਨੇ ਆਵਾਜ਼ ਦੇ ਦੇਣੀ ਹੈ। ਜੇ ਤੂੰ ਆਪਣੇ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਪਿਆਰਿਆ, ਫਿਰ ਸੱਚ ਜਾਣੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਵਾਲ ਪੈਦਾ ਹੋਣਗੇ ਕਿ ਫਿਰ ਕੇ ਅੱਗੇ ਰੱਖੀਏ ਜਿਤ ਦਿਸਾ ਦਰਬਾਰ, ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਇਹਨਾਂ ਦੇ ਜਵਾਬ ਮਿਲਣਗੇ ਤੈਨੂੰ ਗੁਰੂ ਸ਼ਬਦ ਵਿੱਚੋਂ। ਤੇਰੇ ਕੋਲ ਭੇਟਾ ਹੋਣੀ ਚਾਹੀਦੀ ਹੈ, ਅੰਮ੍ਰਿਤ ਵੇਲਾ ਭੇਟਾ ਹੈ। ਉਹ ਭੇਟਾ ਲੈ ਕੇ ਆਪਣੇ ਮਾਲਕ ਦੇ ਦਰ ਤੇ ਜਦੋਂ ਪਹੁੰਚੇ, ਬੋਲਣਾ ਕੀ ਹੈ, ਸ਼ਬਦ ਕੀ ਕਹਿਣੇ ਨੇ, ਅਰਦਾਸ ਕੀ ਕਰਨੀ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ, ਬਸ ਸੱਚ ਨਾਉ ਵਡਿਆਈ ਵਿਚਾਰ। ਸ਼ਬਦ ਗੁਰੂ ਨੇ ਅੰਦਰੋਂ ਆਵਾਜ਼ ਦੇ ਦੇਣੀ। ਔਰ ਇਹ ਸ਼ਬਦ ਗੁਰੂ ਦਾ ਚੇਲਾ ਸਰੀਰ ਨੇ ਨਹੀਂ ਬਣਨਾ, ਸੁਰਤ ਨੇ ਬਣਨਾ। ਜਿੱਦਣ ਸੁਰਤ ਗੁਰੂ ਸ਼ਬਦ ਨਾਲ ਟਿਕੇਗੇ, ਮੇਰੇ ਪਾਤਸ਼ਾਹ ਜੀ ਕਹਿੰਦੇ, ਸੂਰਤ ਆਪਣੇ ਆਪ ਗੁਰੂ ਨਾਨਕ ਵਰਗੀ ਬਣ ਜਾਣੀ, ਸੂਰਤ ਆਪਣੇ ਆਪ ਗੁਰੂ ਗੋਬਿੰਦ ਸਿੰਘ ਵਰਗੀ ਬਣ ਜਾਣੀ। ਫਿਰ ਤੈਨੂੰ ਕਿਸੇ ਤੋਂ ਗਿਆਨ ਲੈਣ ਦੀ ਲੋੜ ਨਹੀਂ।
ਫਿਰ ਤੇਰੇ ਅੰਦਰ ਬੈਠੇ ਗੁਰ ਸ਼ਬਦ ਨੇ ਤੈਨੂੰ ਆਪਣੇ ਆਪ ਹੀ ਰੱਬ ਦੇ ਵੱਲ ਤੋਰ ਦੇਣਾ। ਇਹ ਗੱਲ ਬੜੀ ਧਿਆਨ ਵਾਲੀ। ਗੁਰੂ ਨਾਨਕ ਦੇ ਗੁਰੂ ਦਾ ਪ੍ਰਕਾਸ਼ ਦਿਹਾੜਾ, ਗੁਰੂ ਨਾਨਕ ਦਾ ਗੁਰੂ ਸ਼ਬਦ ਗੁਰੂ। ਅੱਜ ਧਿਆਨ ਮਾਰ ਕੇ ਵੇਖਣਾ ਵੀ ਅਸੀਂ ਗੁਰੂ ਨਾਨਕ ਗੁਰੂਆਂ ਦੇ ਗੁਰੂ। ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨਤਾ ਪ੍ਰਗਟ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਸਰੀਰ ਗੁਰੂ ਨਹੀਂ, ਸ਼ਬਦ ਗੁਰੂ ਹੈ। ਸਰੀਰ ਸਿੱਖ ਵੀ ਨਹੀਂ, ਸੁਰਤ ਗੁਰੂ ਚੇਲਾ ਬਣਨੀ ਹੈ, ਸੁਰਤ ਨੇ ਸਿੱਖ ਬਣਨਾ ਹੈ। ਤੇ ਜਿੱਦਣ ਸੁਰਤ ਸਿੱਖ ਬਣੇਗੀ ਆਪਣੇ ਆਪ ਹੀ ਸਾਡਾ ਜੀਵਨ ਬਾਹਰੀ ਤੌਰ ਤੇ ਵੀ ਗੁਰੂ ਨਾਨਕ ਦੇ ਸਿੱਖ ਦੇ ਰੂਪ ਵਿੱਚ, ਗੁਰੂ ਨਾਨਕ ਦੇ ਪੁੱਤਰ ਦੇ ਰੂਪ ਵਿੱਚ, ਗੁਰੂ ਨਾਨਕ ਦੇ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋ ਜਾਣ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਵੇਖੋ, ਸਰੀਰ ਤੇ ਭਰੋਸਾ ਨਹੀਂ ਕੀਤਾ। ਉਸ ਸਮੇਂ ਦੀਆਂ ਗੱਲਾਂ ਮੈਂ ਕਰਕੇ ਅੱਗੇ ਤੁਰਨਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਨੇ ਉਦਾਸੀਆਂ ਤੇ, ਜਿਸ ਵੀ ਰੱਬੀ ਪਿਆਰੇ ਦੇ ਕੋਲ ਗਏ ਉਹਦੇ ਸਰੀਰ ਦੀ ਕੋਈ ਚੀਜ਼ ਸੰਭਾਲ ਕੇ ਨਹੀਂ ਰੱਖੀ। ਉਹਦੇ ਕੋਲੋਂ ਕੋਈ ਫੋਟੋ ਨਹੀਂ ਲੈ ਕੇ ਆਏ, ਧਾਗਾ ਤਵੀਜ਼ ਨਹੀਂ ਲੈ ਕੇ ਆਏ, ਹੋਰ ਕੋਈ ਚੀਜ਼ ਨਹੀਂ ਲੈ ਕੇ ਆਏ। ਜਿੱਥੇ ਵੀ ਗਏ ਉੱਥੋਂ ਬਾਣੀ ਦਾ ਖਜ਼ਾਨਾ ਲੈ ਕੇ ਆਏ। ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਮੁਬਾਰਕ ਬਾਣੀ, 15 ਭਗਤ ਸਾਹਿਬਾਨਾਂ ਦੀ ਬਾਣੀ, 16 ਰੱਬ ਦੇ ਪਿਆਰਿਆਂ ਦੀ ਬਾਣੀ ਦਾ ਖਜ਼ਾਨਾ ਗੁਰੂ ਨਾਨਕ ਨਾਲ ਲੈ ਕੇ ਘੁੰਮਦੇ ਸੀ। ਚੇਤੇ ਰੱਖਣਾ, ਨਿਹੰਗ ਸਿੰਘ ਜਦੋਂ ਚੋਲਾ ਪਾਉਂਦੇ ਨੇ ਤੇ ਚੋਲੇ ਦੇ ਨਾਲ ਇੱਕ ਝੋਲਾ ਟੰਗ ਕੇ ਰੱਖਦੇ ਨੇ। ਉਸ ਝੋਲੇ ਦੇ ਵਿੱਚ ਉਹ ਗੁਰਬਾਣੀ ਦੀਆਂ ਪੋਥੀਆਂ ਪਾ ਕੇ ਰੱਖਦੇ ਸੀ। ਉਹ ਕਦੇ ਉਹਨੂੰ ਝੋਲਾ ਨਹੀਂ ਕਹਿੰਦੇ ਸੀ, ਉਹ ਕਹਿੰਦੇ ਇਹ ਖਜ਼ਾਨਾ ਸਾਹਿਬ ਹੈ। ਭਾਵ ਕੀ ਵੀ ਇਹਦੇ ਵਿੱਚ ਗੁਰਬਾਣੀ ਦਾ ਖਜ਼ਾਨਾ ਹੈ, ਇਹ ਖਜ਼ਾਨਾ ਹੈ। ਗੁਰੂ ਨਾਨਕ ਬਾਣੀ ਦਾ ਖਜ਼ਾਨਾ ਲੈ ਕੇ ਨਾਲ ਤੁਰਦੇ। ਤੇ ਧਿਆਨ ਮਾਰਨਾ, ਉਸ ਵੇਲੇ ਵੀ ਅਨੇਕਾਂ ਲੋਕਾਂ ਨੇ ਗੁਰੂ ਨਾਨਕ ਦੇ ਸਰੀਰ ਨੂੰ ਸਵਾਲ ਨਹੀਂ ਜੇ ਕੀਤਾ, ਔਰ ਨਾ ਹੀ ਸਰੀਰ ਦੇ ਕੋਲੋਂ ਜਵਾਬ ਲਿਆ। ਮੁਸਲਮਾਨੀ ਇਲਾਕੇ ਦੇ ਵਿੱਚ ਜਦੋਂ ਕਾਜੀ ਮੁੱਲਾ ਇਕੱਠੇ ਹੋ ਕੇ ਸਵਾਲ ਕਰਦੇ ਨੇ, ਇਹ ਨਹੀਂ ਕਿਹਾ ਗੁਰੂ ਨਾਨਕ ਜੀ ਆਪਣੇ ਸਰੀਰ ਵਿੱਚੋਂ ਜਵਾਬ ਦਿਓ। ਉਹ ਕਹਿੰਦੇ ਜਿਹੜਾ ਤੁਹਾਡੇ ਕੋਲ ਗੁਰੂ ਹੈ ਨਾ, ਤੁਹਾਡਾ ਆ ਪੋਥੀ ਸਾਹਿਬ ਜਿਹੜੀ ਤੁਹਾਡੇ ਕੋਲ ਹੈ, ਇਹਦੇ ਵਿੱਚੋਂ ਅਸੀਂ ਜਵਾਬ ਲੈਣਾ ਚਾਹੁੰਦੇ ਹਾਂ। ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਧਿਆਨ ਮਾਰਨਾ, ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨੂੰ ਸਵਾਲ ਨਹੀਂ ਕੀਤਾ ਗਿਆ, ਬਲਕਿ ਕਿਹਾ ਆ ਜਿਹੜੀ ਤੁਹਾਡੇ ਕੋਲ ਪੋਥੀ ਹੈ, ਜਿਹਨੂੰ ਤੁਸੀਂ ਗੁਰੂ ਮੰਨਦੇ ਆ ਰਹੇ ਹੋ, ਜਿਸ ਗੁਰੂ ਸ਼ਬਦ ਨੂੰ ਤੁਸੀਂ ਮਹਾਨਤਾ ਦਿੱਤੀ ਹੈ, ਇਸ ਗੁਰੂ ਸ਼ਬਦ ਦਾ ਜਵਾਬ ਸੁਣਨਾ ਚਾਹੁੰਦੇ ਆ। ਰੱਬ ਦੇ ਘਰ ਵਿੱਚ ਵੱਡਾ ਕੌਣ ਗਿਣਿਆ ਜਾਵੇਗਾ? ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰੂ ਸ਼ਬਦ ਦੀ ਪੋਥੀ ਖੋਲ ਕੇ ਨਾ ਇਹੀ ਗੱਲ ਕਹੀ ਸੀ ਕਿ ਗੁਰੂ ਸ਼ਬਦ ਇਹ ਗੱਲ ਕਹਿ ਰਿਹਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਏ, ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲੈਣ ਨਾ ਢੋਈ, ਰਾਜ ਸ਼ੈਤਾਨੀ ਦੁਨੀਆ ਗੋਏ। ਗੁਰੂ ਸ਼ਬਦ ਨੇ ਇਹ ਗੱਲ ਕਹਿ ਦਿੱਤੇ, ਰੱਬ ਦੇ ਘਰ ਦੇ ਵਿੱਚ ਸ਼ੁਭ ਅਮਲਾਂ ਦੀ ਗੱਲ ਹੈ। ਗੁਰੂ ਸ਼ਬਦ ਦੀ ਬਾਣੀ ਦਾ ਇਹ ਜਵਾਬ ਹੈ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਗੁਰੂ ਸ਼ਬਦ ਦੀ ਗੱਲ ਸੀ। ਉਹਨਾਂ ਨੂੰ ਭਰੋਸਾ ਵੱਧ ਗਿਆ ਵੀ ਵਾਕਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਗੁਰੂ ਸ਼ੁਭ ਅਮਲਾਂ ਦੀ ਗੱਲ ਕਰਦਾ ਪਿਆ। ਅਮਲਾਂ ਤੋਂ ਬਿਨਾਂ, ਸ਼ੁਭ ਕਰਮਾਂ ਤੋਂ ਬਿਨਾਂ ਰੱਬ ਦੇ ਘਰ ਵਿੱਚ ਕੋਈ ਵੀ ਪ੍ਰਵਾਨ ਨਹੀਂ। ਇਹ ਅਕੀਦਾ ਸੀ ਉਸ ਵੇਲੇ ਦੇ ਲੋਕਾਂ ਦਾ ਗੁਰੂ ਦੀ ਪਾਵਨ ਬਾਣੀ ਉੱਪਰ ਵੀ ਨਾਨਕ ਜੀਓ ਜੋ ਤੁਹਾਡੇ ਕੋਲ ਆ ਖਜ਼ਾਨਾ ਹੈ, ਅਸੀਂ ਇਸ ਖਜ਼ਾਨੇ ਦੇ ਕੋਲੋਂ ਹੀ ਜਵਾਬ ਲੈਣਾ ਚਾਹੁੰਦੇ ਹਾਂ, ਦੱਸੋ ਵੱਡਾ ਕੌਣ? ਬਾਣੀ ਨੇ ਵੀ ਇਹ ਗੱਲ ਕਹੀ। ਪਾਤਸ਼ਾਹ ਜੀ ਕਹਿੰਦੇ ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਤੇ ਉਹ ਹੈ ਜਿਹਨੇ ਆਪਣੇ ਮਾਲਕ ਦੇ ਨਾਲ ਲਿਵ ਜੋੜ ਲਈ ਹੈ, ਨਹੀਂ ਤੇ ਮਾਇਆ ਦੀ ਵਡਿਆਈ ਹੈ। ਅੱਜ ਮਾਇਆ ਸਾਡੇ ਕੋਲ ਵੱਧ ਹੈ, ਅਸੀਂ ਕਹਿੰਦੇ ਵੱਡੇ, ਤੇ ਕੱਲ ਨੂੰ ਬਿਲਕੁਲ ਹੀ ਕੰਗਾਲ ਹੋ ਜਾਈਏ, ਕਿੱਥੇ ਗਈ ਵਡਿਆਈ?
ਸਾਹਿਬ ਜੀ ਕਹਿੰਦੇ ਵੱਡਾ ਤੇ ਉਹ ਹੈ ਜਿਹਦੀ ਰੱਬ ਨਾਲ ਲਿਵ ਜੁੜ ਗਈ ਹੈ ਸ਼ਬਦ ਗੁਰੂ ਦੀ ਗੱਲ। ਅਗਾਂਹ ਤੁਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ 16 ਪੋਥੀਆਂ ਨੇ। 16 ਪੋਥੀਆਂ ਨੇ, 15 ਪੋਥੀਆਂ ਭਗਤ ਸਾਹਿਬਾਨਾਂ ਦੀਆਂ, ਇੱਕ ਪੋਥੀ ਆਪਣੀ। 16 ਪੋਥੀਆਂ ਇਕੱਤਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਸੱਚ ਦਾ ਉਪਦੇਸ਼ ਦਿੰਦੇ ਨੇ। ਸਮਾਂ ਆਇਆ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਆ ਕੇ 7 ਸਾਲ ਸੇਵਾ ਕਰਦੇ ਨੇ। ਧਿਆਨ ਮਾਰਨਾ, 7 ਸਾਲ ਸੇਵਾ ਕਰਨ ਤੋਂ ਬਾਅਦ ਜਦੋਂ ਹੁਣ 7 ਸਾਲਾਂ ਦਾ ਸਮਾਂ ਲੰਘਿਆ, ਚੇਤੇ ਰੱਖਿਓ ਗੁਰੂ ਨਾਨਕ ਦਾ ਸਿਰ ਕਦੇ ਭਾਈ ਲਹਿਣਾ ਜੀ ਦੇ ਅੱਗੇ ਨਹੀਂ ਜੇ ਝੁਕਿਆ। 7 ਸਾਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸਿਰ, ਸੀਸ ਕਦੇ ਭਾਈ ਲਹਿਣਾ ਜੀ ਦੇ ਅੱਗੇ ਨਹੀਂ ਝੁਕਿਆ। ਪਰ ਇੱਕ ਸਮਾਂ ਆਇਆ ਜਦੋਂ ਗੁਰੂ ਨਾਨਕ ਨੇ ਆਪਣਾ ਸਿਰ ਝੁਕਾ ਦਿੱਤਾ ਹੈ। ਭੁਲੇਖੇ ਵਿੱਚ ਨਾ ਰਹਿਣਾ ਵੀ ਇੱਥੇ ਸਿਰ ਜਿਹੜਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਰੀਰ ਨੂੰ ਝੁਕਾਇਆ। ਇੱਥੇ ਧਿਆਨ ਦੇਣਾ, ਇੱਥੇ ਭੁਲੇਖੇ ਵਿੱਚ ਨਾ ਰਹਿਣਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿਰ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਅੱਗੇ ਝੁਕਾਇਆ। ਸਰੀਰ ਤੇ ਗੁਰੂ ਹੈ ਹੀ ਨਹੀਂ, ਸ਼ਬਦ ਗੁਰੂ ਹੈ। ਤੇ ਜਦੋਂ ਉਹ 16 ਪੋਥੀਆਂ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਦੀ ਝੋਲੀ ਵਿੱਚ ਗੁਰੂ ਨਾਨਕ ਨੇ ਪਾਇਆ, ਆਪਣਾ ਸਿਰ ਇਹਨਾਂ 16 ਪੋਥੀਆਂ ਦੇ ਖਜ਼ਾਨੇ ਅੱਗੇ ਝੁਕਾਇਆ ਸੀ, ਨਾ ਕਿ ਸਰੀਰ ਅੱਗੇ। ਧਿਆਨ ਵਾਲੀ ਗੱਲ ਇਹ ਵੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੀ ਗੱਲ ਕੀਤੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਕਹਿ ਗਏ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇਲਾਲੋ। ਉਸੇ ਰੀਤ ਨੂੰ ਅੱਗੇ ਤੋਰਦੇ ਹੋਏ 63 ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਉਚਾਰਨ ਕਰਦੇ ਨੇ। ਤੇ ਉਹਨਾਂ ਵਿੱਚ ਗੱਲ ਕਹਿ ਦਿੱਤੀ ਗਈ ਕਿ ਗੁਰੂ ਦੀ ਪਾਵਨ ਬਾਣੀ ਸਭ ਤੋਂ ਮਹਾਨ ਹੈ। ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੇ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਸੁਰਤ ਨਾਲ ਧਿਆਨ ਧਰੀ ਇਸ ਬਾਣੀ ਦਾ, ਤਾਂ ਤੇਰੇ ਜੀਵਨ ਦਾ ਪਾਰ ਉਤਾਰਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਬਚਨ ਉਚਾਰਨ ਕੀਤੇ। ਸਮਾਂ ਲੰਘਿਆ। ਗੁਰੂ ਅਮਰਦਾਸ ਪਿਤਾ ਜੀ ਗੁਰੂ ਅੰਗਦ ਸਾਹਿਬ ਜੀ ਦੇ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਪਏ ਨੇ। 11 ਸਾਲ ਸਮਾਂ ਲੰਘਿਆ। ਕਦੇ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਸਿਰ ਬਾਬਾ ਅਮਰਦਾਸ ਜੀ ਦੇ ਸਰੀਰ ਅੱਗੇ ਨਹੀਂ ਜੇ ਝੁਕਾਇਆ। ਪਰ ਇੱਕ ਸਮਾਂ ਆਉਂਦਾ ਹੈ, ਧਿਆਨ ਮਾਰਨਾ, ਇਸ ਗੱਲ ਨੂੰ ਆਪਾਂ ਅੱਗੇ ਲੈ ਕੇ ਤੁਰਨਾ। ਸ਼ਬਦ ਗੁਰੂ ਦੀ ਮਹਾਨਤਾ ਗੁਰੂ ਸਾਹਿਬ ਜੀ ਨੇ ਆਪਣੇ ਸਰੀਰਾਂ ਵੇਲੇ ਕਿਵੇਂ ਪ੍ਰਗਟ ਕੀਤੀ ਹੈ। ਹੁਣ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਦੇ ਤਖਤ ਦੇ ਉੱਪਰ ਸੁਭਾਏਮਾਨ ਹੋਏ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਪਣਾ ਸਿਰ ਝੁਕਾ ਦਿੰਦੇ ਨੇ। ਪਰ ਇੱਥੇ ਵੀ ਭੁਲੇਖਾ ਨਹੀਂ ਰਹਿਣਾ ਚਾਹੀਦਾ। ਹੁਣ 17 ਪੋਥੀਆਂ ਹੋ ਚੁੱਕੀਆਂ ਨੇ। 15 ਭਗਤ ਸਾਹਿਬਾਨਾਂ ਦੀਆਂ, ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਲੀ ਪੋਥੀ ਤੇ ਇੱਕ ਗੁਰੂ ਅੰਗਦ ਸਾਹਿਬ ਜੀ ਦੀ ਆਪਣੀ ਬਾਣੀ। ਜਦੋਂ ਇਹ 17 ਪੋਥੀਆਂ ਦਾ ਖਜ਼ਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਝੋਲੀ ਵਿੱਚ ਪਾਇਆ ਗਿਆ, ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਸਿਰ ਉਹਨਾਂ ਪੋਥੀਆਂ ਦੇ ਅੱਗੇ ਝੁਕਾਇਆ, ਨਾ ਕਿ ਸਰੀਰ ਅੱਗੇ। ਧਿਆਨ ਮਾਰ। ਇਸ ਤੋਂ ਅੱਗੇ ਆਪਾਂ ਤੁਰਦੇ ਹਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਇੱਕ ਘਟਨਾ ਘਟਦੀ ਹੈ। ਉਸ ਵੇਲੇ ਕਿਉਂਕਿ ਜਿਹੜੀ ਚੀਜ਼ ਦੀ ਬਹੁਤ ਜ਼ਿਆਦਾ ਮਹਾਨਤਾ ਵੱਧ ਜਾਵੇ ਨਾ, ਉਸ ਚੀਜ਼ ਦੀ ਨਕਲ ਜ਼ਰੂਰ ਪੈਦਾ ਹੋ ਜਾਂਦੀ। ਜਿਹੜੀ ਚੀਜ਼ ਬੜੀ ਮਹਾਨ ਹੋ ਜਾਵੇ ਉਹਦੀ ਨਕਲ ਜ਼ਰੂਰ ਬਣ ਜਾਂਦੀ ਹੈ। ਕਈ ਪ੍ਰੋਡਕਟ ਨੇ ਜਿਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ, ਚੀਜ਼ਾਂ ਦੀ ਡਿਮਾਂਡ ਬਹੁਤ, ਉਹਦੀ ਨਕਲ ਆਪਣੇ ਆਪ ਹੀ ਪੈਦਾ ਹੋ ਜਾਂਦੀ। ਮੋਹਰ ਉਹੀ ਕੰਪਨੀ ਦੀ ਲੱਗਦੀ ਹੈ, ਚੀਜ਼ ਕੁਝ ਹੋਰ ਹੁੰਦੀ ਹੈ। ਗੁਰੂ ਅਮਰਦਾਸ ਜੀ ਦੇ ਵੇਲੇ ਇਹ ਘਟਨਾ ਘਟੀਆਂ ਨੇ ਕਿ ਅਨੇਕਾਂ ਲੋਕ ਗੁਰੂ ਨਾਨਕ ਦੀ ਮੋਹਰ ਲਾ ਕੇ ਬਾਣੀ ਉਚਾਰਨ ਕਰਨ ਲੱਗ ਪਏ। ਤੇ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਫਿਰ ਸਾਨੂੰ ਸੁਚੇਤ ਕੀਤਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ। ਇਹ ਪਾਵਨ ਬਚਨ ਸੁਚੇਤ ਕਰਦਾ ਹੈ ਕਿ ਗੁਰੂ ਦੀ ਬਾਣੀ ਤੋਂ ਬਿਨਾਂ ਕਿਸੇ ਦੂਜੇ ਦੇ ਬੋਲਾਂ ਤੇ ਕਦੇ ਵੀ ਭਰੋਸਾ ਨਹੀਂ ਜੇ ਕਰਨਾ। ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਪਾਵਨ ਬਾਣੀ ਦੀ ਮਹਾਨਤਾ ਨੂੰ ਪ੍ਰਗਟ ਕੀਤਾ ਹੈ ਤੇ ਨਾਲ ਇਹ ਗੱਲਾਂ ਸਮਝਾਈਆਂ। ਜਦੋਂ ਤੋਂ ਗੁਰੂ ਦੇ ਦਰ ਉੱਪਰ ਆਵੇਂ, ਮੈਂ ਬੜੀ ਵਾਰੀ ਇਹ ਗੱਲਾਂ ਕਹਿਣਾ, ਸਾਡੇ ਕੋਲ ਕਈ ਸਿੱਖ ਨੇ ਮੇਰੇ ਪਿਆਰੇ ਵੀਰ, ਉਹ ਕਹਿੰਦੇ ਅੱਜ ਮੈਂ ਨਹਾਤਾ ਨਹੀਂ, ਮੈਂ ਗੁਰਦੁਆਰੇ ਨਹੀਂ ਜਾਣਾ। ਪਹਿਲੀ ਗੱਲ।
ਕਈ ਕਹਿੰਦੇ ਜੀ ਮੇਰੇ ਕੋਲ ਅੱਜ ਮੱਥਾ ਟੇਕਣ ਨੂੰ ਪੈਸਾ ਹੀ ਨਹੀਂ, ਮੈਂ ਬਾਹਰੋਂ ਹੀ ਮੱਥਾ ਟੇਕ ਦਿੰਦਾ, ਅੰਦਰ ਨਹੀਂ ਜਾਣਾ। ਸਾਨੂੰ ਗੁਰੂ ਦਰ ਦੇ ਉੱਪਰ ਆਉਣ ਦਾ ਪਤਾ ਹੋਣਾ ਚਾਹੀਦਾ, ਅਸੀਂ ਲੈ ਕੇ ਕੀ ਜਾਣਾ ਹੈ, ਸਾਡੇ ਕੋਲ ਹੋਣਾ ਕੀ ਚਾਹੀਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ, ਗੁਰਦੁਆਰੇ ਆਉਣ ਵੇਲੇ ਸਾਡੇ ਕੋਲ ਦੋ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ। ਉਹ ਦੋ ਚੀਜ਼ਾਂ ਕੀ ਨੇ? ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇੱਕ ਤੇਰੇ ਕੋਲ ਜਦੋਂ ਤੂੰ ਗੁਰੂ ਅੱਗੇ ਆ ਕੇ ਸਿਰ ਝੁਕਾਵੇਂ, ਜਿਸ ਗੁਰੂ ਦੇ ਅੱਗੇ ਤੇਰਾ ਸਿਰ ਝੁਕਦਾ ਪਿਆ ਪਿਆਰਿਆ, ਉਸ ਗੁਰੂ ਤੇ ਤੇਰਾ ਭਰੋਸਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ, ਪ੍ਰਤੀਤ ਹੋਣੀ ਚਾਹੀਦੀ ਹੈ ਤੇਰੀ। ਫਿਰ ਜਿਸ ਗੁਰੂ ਦੇ ਅੱਗੇ ਤੂੰ ਅਰਦਾਸ ਕਰਦਾ, ਤੇਰਾ ਭਰੋਸਾ ਇੰਨਾ ਹੋਵੇ ਕਿ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਕਿਸੇ ਹੋਰ ਤੋਂ ਮੰਗਣ ਵਾਲੀ ਤੇਰੀ ਬਿਰਤੀ ਨਾ ਪੈਦਾ ਹੋਵੇ। ਐਡਾ ਭਰੋਸਾ ਹੋਵੇ ਤੇਰੇ ਅੰਦਰ ਕਿ ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵ ਹੈ ਪਾਉਂਦਾ ਉਹੀ ਹੈ ਮੇਰੇ ਮਾਲਕਾ, ਜਿਹਨੂੰ ਤੂੰ ਦਿੰਨਾ ਤੇਰੇ ਘਰ ਵਿੱਚ ਸਭ ਕੁਝ ਹੈ, ਮੈਂ ਕਿਸੇ ਹੋਰ ਕੋਲ ਮੰਗਲ ਕਿਉਂ ਜਾਵਾਂ। ਇਹ ਭਰੋਸਾ ਹੈ। ਨਹੀਂ ਤੇ ਹੁੰਦਾ ਇੱਦਾਂ, ਮੇਰੇ ਵਰਗੇ ਕਈ ਨੇ ਜਿਹੜੇ ਅਰਦਾਸ ਕਰਦੇ ਨੇ ਤੇ ਜਦੋਂ ਪੁੱਛੋ ਕਹਿੰਦੇ ਅਰਦਾਸ ਕੀਤੀ ਜ਼ਰੂਰ ਹੈ, ਪਤਾ ਨਹੀਂ ਗੁਰੂ ਸੁਣੇਗਾ ਕਿ ਨਹੀਂ ਸੁਣੇ, ਇੱਦਾਂ ਹੀ ਕਹਿੰਦੇ ਜੀ। ਇਹਦਾ ਮਤਲਬ ਕੀ ਹੈ? ਵੀ ਸਾਡਾ ਗੁਰੂ ਤੇ ਭਰੋਸਾ ਹੈ ਹੀ ਨਹੀਂ। ਹੁਣ ਪਹਿਲੀ ਗੱਲ, ਜਦੋਂ ਅਸੀਂ ਸਿਰ ਝੁਕਾਉਂਦੇ ਹਾਂ, ਸਾਡਾ ਭਰੋਸਾ ਗੁਰੂ ਉੱਪਰ ਹੋਣਾ ਚਾਹੀਦਾ ਹੈ। ਤੇ ਫਿਰ ਅਰਦਾਸ ਤੋਂ ਬਾਅਦ ਕੀ ਹੁੰਦਾ ਜੀ? ਹੁਕਮਨਾਮਾ। ਅਰਦਾਸ ਤੋਂ ਬਾਅਦ ਹੁਕਮਨਾਮਾ ਹੁੰਦਾ, ਗੁਰੂ ਬੋਲਦੇ ਨੇ ਨਾ। ਪਹਿਲਾਂ ਅਸੀਂ ਆਪਣੀ ਗੱਲ ਕਹਿੰਦੇ ਹਾਂ, ਫਿਰ ਗੁਰੂ ਸਾਡੀ ਅਰਦਾਸ ਸੁਣ ਕੇ ਜਵਾਬ ਦਿੰਦੇ ਨੇ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ, ਪਹਿਲੀ ਗੱਲ ਜਦੋਂ ਤੂੰ ਸਿਰ ਝੁਕਾ ਕੇ ਅਰਦਾਸ ਕਰੇ ਗੁਰੂ ਅੱਗੇ, ਤੇਰਾ ਗੁਰੂ ਤੇ ਭਰੋਸਾ ਹੋਵੇ। ਤੇ ਦੂਜੀ ਗੱਲ ਮੇਰੇ ਪਾਤਸ਼ਾਹ ਜੀ ਕਹਿੰਦੇ, ਜਦੋਂ ਫਿਰ ਗੁਰੂ ਤੈਨੂੰ ਆਪਣੇ ਸ਼ਬਦ ਰਾਹੀਂ ਗੱਲ ਕਹੇ, ਉਹ ਸ਼ਬਦ ਨੂੰ ਸੁਣ ਕੇ ਤੇਰੇ ਅੰਦਰ ਪਿਆਰ ਬਣਨਾ ਚਾਹੀਦਾ ਹੈ ਕਿ ਮੈਂ ਆਪਣੇ ਗੁਰੂ ਦੇ ਬਚਨਾਂ ਤੋਂ ਕਦੇ ਮੁਨਕਰ ਨਹੀਂ ਜੇ ਹੋਣਾ। ਜੋ ਗੁਰੂ ਨੇ ਸ਼ਬਦ ਕਹਿ ਦਿੱਤੇ, ਸ਼ਬਦ ਗੁਰੂ ਜੋ ਪੂਰੇ ਕਹਿਓ, ਮੈਂ ਖੀਂਚ ਗਾਠੜੀ ਬੰਦਾ। ਮੇਰਾ ਤੇ ਭਰੋਸਾ ਏਡਾ ਹੋਣਾ ਚਾਹੀਦਾ, ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਲੜ ਲਾ ਲੈ ਬੰਨ ਲਿਆ, ਮੈਂ ਆਪਣੇ ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਜੋੜ ਲਿਆ। ਇਹ ਭਰੋਸਾ, ਇਹ ਪ੍ਰੀਤ ਗੁਰੂ ਦੇ ਸ਼ਬਦ ਨਾਲ ਹੋਵੇ। ਸਭ ਜੀ ਕਹਿੰਦੇ ਗੁਰਦੁਆਰੇ ਆਉਣਾ ਤੇਰਾ ਸਫਲਾ ਹੈ, ਪਰ ਜੇ ਇਹ ਦੋਵੇਂ ਚੀਜ਼ਾਂ ਤੇਰੇ ਅੰਦਰ ਨਹੀਂ, ਧਿਆਨ ਮਾਰਨਾ ਗੁਰੂ ਸ਼ਬਦ ਦੀ ਮਹਾਨਤਾ ਦੀ ਗੱਲ। ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਕਹਿੰਦੇ ਭਾਵੇਂ 100 ਵਾਰੀ ਗੇੜਾ ਲਾ, 100 ਵਾਰੀ ਮੱਥਾ ਟੇਕ, ਤੈਨੂੰ ਸੁੱਖ ਨਹੀਂ ਮਿਲ ਸਕਦਾ ਜੇ ਤੇਰੇ ਅੰਦਰ ਗੁਰੂ ਦਾ ਭਰੋਸਾ ਤੇ ਗੁਰੂ ਦਾ ਪਿਆਰ ਨਾ ਹੋਇਆ। ਚੇਤੇ ਰੱਖਿਓ, ਗੁਰਦੁਆਰੇ ਆਉਣ ਵੇਲੇ ਸਾਡੇ ਕੋਲ ਆ ਦੋ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਬਾਣੀ ਦੀ ਮਹਾਨਤਾ ਪ੍ਰਗਟ ਕੀਤੀ। ਹੁਣ 18 ਪੋਥੀਆਂ ਬਣ ਗਈਆਂ। 15 ਭਗਤ ਸਾਹਿਬਾਨਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਸਾਹਿਬ ਜੀ ਦੀ ਬਾਣੀ 17, ਗੁਰੂ ਅਮਰਦਾਸ ਜੀ ਦੀ ਬਾਣੀ 18 ਪੋਥੀਆਂ ਹੋ ਗਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਪਿਤਾ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ। ਤੇ ਆਪਾਂ ਕਹਿ ਦਿੰਨੇ ਆ ਵੀ ਅੱਜ ਸਹੁਰੇ ਨੇ ਜਵਾਈ ਦੇ ਅੱਗੇ ਮੱਥਾ ਟੇਕ ਦਿੱਤਾ। ਇੱਥੇ ਵੀ ਭੁਲੇਖਾ ਪੈ ਗਿਆ, ਸਰੀਰ ਅੱਗੇ ਤੇ ਮੱਥਾ ਟੇਕਿਆ ਹੀ ਨਹੀਂ ਗੁਰੂ ਨੇ ਕਦੇ, ਸ਼ਬਦ ਅੱਗੇ ਮੱਥਾ ਟੇਕਿਆ। ਇਹ 18 ਪੋਥੀਆਂ ਦਾ ਖਜ਼ਾਨਾ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਝੋਲੀ ਵਿੱਚ ਪਾ ਦਿੱਤਾ, ਆਪਣਾ ਸਿਰ ਗੁਰੂ ਸ਼ਬਦ ਦੇ ਅੱਗੇ ਝੁਕਾ ਦਿੱਤਾ ਹੈ। ਹੁਣ ਧਿਆਨ ਮਾਰਨਾ, ਸ਼ਬਦ ਦੀ ਗੱਲ, ਸ਼ਬਦ ਦੇ ਨਾਲ ਸਰੀਰ ਕਿਉਂ ਤੋਰਿਆ ਗਿਆ, ਉਹਦਾ ਵੀ ਵੱਡਾ ਕਾਰਨ ਹੈ। ਉਹਦਾ ਵੀ ਵੱਡਾ ਕਾਰਨ ਹੈ ਵੀ ਅਸੀਂ ਇੰਨੇ ਸਿਆਣੇ ਨਹੀਂ ਹੋਏ ਸੀ ਕਿ ਆਪਣੇ ਆਪ ਹੀ ਗੁਰੂ ਸ਼ਬਦ ਦੀ ਸੋਝੀ ਪ੍ਰਾਪਤ ਕਰ ਲੈਂਦੇ। ਇਸ ਕਰਕੇ ਸਤਿਗੁਰੂ ਜੀ ਨੇ ਇਹ ਗੱਲ ਵਿਚਾਰੀ, ਜਿਵੇਂ ਪਹਿਲੀ ਕਲਾਸ ਵਿੱਚ ਜਦੋਂ ਬੱਚਾ ਪੜ੍ਹਨ ਲੱਗਦਾ, ਉਹਦੇ ਸ਼ਬਦਾਂ ਦੇ ਨਾਲ ਫੋਟੋਆਂ ਚੱਲਦੀਆਂ ਨੇ। ਫੋਟੋਆਂ ਚੱਲਦੀਆਂ, ਊੜਾ ਲਿਖ ਕੇ ਕਹਿੰਦੇ ਊੜਾ ਊਂਠ, ਐੜਾ ਅੰਬ, ਈੜੀ ਇੱਟ, ਸੱਸਾ ਸਲੇਟ, ਹਾਹਾ ਹਾਥੀ। ਪਰ ਜਿਵੇਂ ਜਿਵੇਂ ਉਸ ਬੱਚੇ ਨੂੰ ਸ਼ਬਦ ਦਾ ਗਿਆਨ ਹੁੰਦਾ ਜਾਂਦਾ, ਫੋਟੋਆਂ ਪਾਸੇ ਹੁੰਦੀਆਂ ਜਾਂਦੀਆਂ ਨੇ, ਫਿਰ ਕੱਲਾ ਸ਼ਬਦ ਹੀ ਰਹਿ ਜਾਂਦਾ। ਮੇਰੇ ਗੁਰੂ ਨੇ ਪਹਿਲਾਂ ਸ਼ੁਰੂਆਤ ਦੇ ਵਿੱਚ ਸ਼ਬਦ ਦੇ ਨਾਲ ਸਰੀਰ ਤੋਰਿਆ, ਪਰ ਇਹਦਾ ਇਹ ਕਾਰਨ ਨਹੀਂ ਸੀ ਵੀ ਸਰੀਰ ਹੀ ਗੁਰੂ ਹੈ।
ਇਹ ਭੁਲੇਖਾ ਕੱਢਣਾ ਚਾਹੀਦਾ, ਇਹ ਭੁਲੇਖਾ ਤਿਆਗਣਾ ਚਾਹੀਦਾ। ਸ਼ਬਦ ਗੁਰੂ ਹੈ। ਗੁਰੂ ਜੀ ਨੇ ਬਾਰ-ਬਾਰ ਇਹ ਗੱਲਾਂ ਸਮਝਾਈਆਂ। ਚੌਥੇ ਪਾਤਸ਼ਾਹ ਜੀ ਨੂੰ ਗੁਰਬਾਣੀ ਦਾ ਖਜ਼ਾਨਾ ਦਿੱਤਾ। ਚੌਥੇ ਪਾਤਸ਼ਾਹ ਜੀ ਨੇ ਤੇ ਹੱਦ ਹੀ ਕਰ ਦਿੱਤੇ। ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰ ਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਉਹ ਦੁਨੀਆ ਦੇ ਲੋਕੋ, ਮੈਂ ਰੁਲਦਾ ਫਿਰਦਾ ਸੀ ਗਲੀਆਂ ਦੇ ਵਿੱਚ ਯਤੀਮ ਜੇਠਾ, ਅੱਜ ਧੰਨ ਧੰਨ ਰਾਮਦਾਸ ਗੁਰ ਦੀ ਪਦਵੀ ਪ੍ਰਾਪਤ ਕਰ ਗਿਆ। ਪਤਾ ਕਿਵੇਂ? ਮੇਰੇ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਹਰ ਰਸ ਆਵੈ ਗੋ। ਹੇ ਭਾਈ, ਗੁਰਬਾਣੀ ਸੁਣ ਕੇ ਮੇਰਾ ਮਨ ਪਤੀਜਿਆ, ਗੁਰਬਾਣੀ ਦੇ ਕਰਕੇ ਮੈਨੂੰ ਇਹ ਮਹਾਨਤਾ ਮਿਲੀ ਹੈ। ਇਸ ਕਰਕੇ ਗੁਰਬਾਣੀ ਹੀ ਸਭ ਤੋਂ ਉੱਤਮ ਹੈ। ਗੁਰੂ ਰਾਮਦਾਸ ਪਿਤਾ ਜੀ ਨੇ ਗੁਰਬਾਣੀ ਦੀ ਮਹਾਨਤਾ ਨੂੰ ਪ੍ਰਗਟ ਕਰ ਦਿੱਤਾ। ਗੁਰਬਾਣੀ ਹੀ ਗੁਰੂ ਹੈ, ਸ਼ਬਦ ਹੀ ਗੁਰੂ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬੈ ਗੋ। ਕਹਿੰਦੇ ਸ਼ਬਦ ਹੀ ਗੁਰੂ ਹੈ। ਬਾਰ-ਬਾਰ ਇਹ ਗੱਲਾਂ ਬਿਆਨ ਕੀਤੀਆਂ ਗਈਆਂ। ਚੌਥੇ ਪਾਤਸ਼ਾਹ ਜੀ ਦੇ ਕੋਲ ਬਾਣੀ ਦਾ ਖਜ਼ਾਨਾ ਇਕੱਤਰ ਹੋਇਆ। ਬਾਣੀ ਦਾ ਖਜ਼ਾਨਾ ਇਕੱਤਰ ਹੋ ਗਿਆ। ਹੁਣ 19 ਪੋਥੀਆਂ ਹੋ ਗਈਆਂ। 19 ਪੋਥੀਆਂ ਜਦੋਂ ਇਕੱਤਰ ਹੋ ਗਈਆਂ, ਧੰਨ ਗੁਰੂ ਰਾਮਦਾਸ ਪਿਤਾ ਜੀ ਨੇ ਫਿਰ ਪਰਖ ਕਰਨ ਤੋਂ ਬਾਅਦ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਨਾਨਕ ਦੇ ਤਖਤ ਦੀ ਜ਼ਿੰਮੇਵਾਰੀ ਸੌਂਪੇ ਤੇ ਇਹ 19 ਪੋਥੀਆਂ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ। ਤੇ ਫਿਰ ਭੁਲੇਖਾ ਪਿਆ, ਖਬਰੇ ਪੁੱਤ ਪਿਓ ਨੇ ਆਪਣੇ ਪੁੱਤ ਨੂੰ ਮੱਥਾ ਟੇਕ ਦਿੱਤਾ। ਇੱਥੇ ਵੀ ਭੁਲੇਖਾ ਨਹੀਂ ਖਾਣਾ। ਇੱਥੇ ਵੀ ਜਦੋਂ 19 ਪੋਥੀਆਂ ਦਾ ਖਜ਼ਾਨਾ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਰਲਾ ਕੇ ਨਾ ਪੋਥੀਆਂ, 19 ਪੋਥੀਆਂ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪਿਆ ਨਾ, ਉਦਣ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ। ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਏ। ਇਹ ਖਜ਼ਾਨੇ ਨੂੰ ਕਹਿੰਦੇ ਮੈਂ ਖੋਲ ਕੇ ਵੇਖਿਆ। ਇਸ ਗੱਲ ਨੂੰ ਮੈਂ ਅੱਗੇ ਜਾ ਕੇ ਵਿਚਾਰਾਂਗਾ। ਜਦੋਂ ਹੁਣ ਇਹ ਖਜ਼ਾਨਾ ਆ ਗਿਆ, ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਬਾਣੀ ਉਚਾਰਨ ਕੀਤੇ। ਉਸ ਵੇਲੇ ਫਿਰ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਆਪਣੇ ਵੱਲੋਂ ਕੱਚੀ ਬਾਣੀ ਗੁਰੂ ਨਾਨਕ ਦੀ ਮੋਹਰ ਲਗਾ ਕੇ ਲਿਖਣੀ ਸ਼ੁਰੂ ਕਰ ਦਿੱਤੀ। ਅੱਜ ਵੀ ਬੜੀਆਂ ਪੰਕਤੀਆਂ ਨੇ, ਕਈ ਗੱਡੀਆਂ 'ਤੇ ਲਿਖਿਆ ਹੁੰਦਾ ਨਾਨਕ ਨੀਵਾ ਜੋ ਚੱਲੈ ਲੱਗੈ ਨਾ ਤਤੀ ਵਾਓ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਨਹੀਂ। ਅੱਜ ਵੀ ਸਾਡੇ ਵਿਆਹ ਵਾਲੇ ਕਾਰਡਾਂ 'ਤੇ ਇੱਕ ਪੰਕਤੀ ਲਿਖੀ ਜਾਂਦੀ ਹੈ ਕਿ ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਜ ਆਪ ਸਵਾਰੇ। ਇਹ ਉਸ ਦੀ ਵਡਿਆਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ। ਨਾਨਕਸਰ ਦੇ ਵਿੱਚ ਇੱਕ ਕੀਰਤਨ ਵੇਲੇ ਇੱਕ ਪੰਕਤੀ ਪੜ੍ਹੀ ਜਾਂਦੀ ਹੈ ਕਿ ਏਕੋ ਸਿਮਰੋ ਨਾਨਕਾ ਜੋ ਜਲਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਆ ਜੰਮੈ ਤੈ ਮਰ ਜਾਏ। ਮੇਰੇ ਖਿਆਲ ਵਿੱਚ ਮੈਂ ਸੁਣਿਆ ਵੀ ਉਹ ਜਦੋਂ ਸੋਦਰ ਦੀ ਬਾਣੀ ਆਰੰਭ ਕਰਦੇ ਨੇ, ਉਸ ਤੋਂ ਪਹਿਲਾਂ ਇਸ ਪੰਕਤੀ ਦਾ ਕੀਰਤਨ ਕੀਤਾ ਜਾਂਦਾ। ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਹੀਂ, ਇਹ ਕੱਚੀ ਬਾਣੀ ਹੈ। ਇਹ ਕੱਚੀ ਬਾਣੀ ਹੈ, ਬਲਕਿ ਉਚਾਰਨ ਕੀ ਉਹਨਾਂ ਨੇ ਲਿਖੀਆਂ। ਜਦੋਂ ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਅਰਜਨ ਸਾਹਿਬ ਹਰਮੰਦਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਰੱਬੀ ਬਾਣੀ ਦਾ ਕੀਰਤਨ ਰੋਜ਼ ਹੁੰਦਾ ਹੈ। ਅੱਜ ਕੁਝ ਪਿਆਰਿਆਂ ਨੇ ਆਪਣੇ ਵੱਲੋਂ ਕੀਰਤਨ ਕੀਤਾ, ਉਹਨਾਂ ਨੂੰ ਭੁਲੇਖਾ ਪੈ ਗਿਆ ਇਹ ਗੁਰੂ ਨਾਨਕ ਦੇ ਬਚਨ ਨੇ, ਇਹ ਰੱਬੀ ਬਾਣੀ ਹੈ। ਉਹਨਾਂ ਨੇ ਕੀਰਤਨ ਗੁਰੂ ਨਾਨਕ ਦਾ ਨਾਮ ਵੇਖ ਕੇ ਪੜ੍ਹ ਦਿੱਤਾ, ਗਾ ਦਿੱਤਾ। ਕਈ ਪਿਆਰੇ ਬੈਠੇ ਸਨ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ, ਉਹਨਾਂ ਦੇ ਵਿੱਚ ਸੁਰਤ ਦੀ ਇਕਾਗਰਤਾ ਕਰਕੇ ਭਾਈ ਗੁਰਦਾਸ ਜੀ ਸਜੇ ਨੇ। ਭਾਈ ਗੁਰਦਾਸ ਜੀ ਜਦੋਂ ਸਜੇ ਨੇ, ਉਹਨਾਂ ਨੇ ਉਸ ਪੰਕਤੀਆਂ ਨੂੰ ਸੁਣਨ ਤੋਂ ਬਾਅਦ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਬਾਣੀ ਮੇਰੇ ਖਸਮ ਦੀ ਨਹੀਂ, ਇਹ ਬਾਣੀ ਮੇਰੇ ਗੁਰੂ ਦੀ ਨਹੀਂ, ਇਹ ਬਾਣੀ ਮੇਰੇ ਮਾਲਕ ਦੀ ਨਹੀਂ, ਇਹ ਧੁਰਕੀ ਬਾਣੀ ਨਹੀਂ, ਇਹ ਕੁਝ ਟੁੱਕੜ ਬੋਚ ਕਵੀਆਂ ਦੇ ਵੱਲੋਂ ਲਿਖੀ ਗਈ ਲਿਖਤ ਹੈ। ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ। ਸਤਿਗੁਰੂ ਜੀ ਨੇ ਉੱਥੇ ਸਵਾਲ ਵੀ ਕਈ ਕੀਤੇ। ਕਈ ਕਹਿੰਦੇ ਜੀ ਗੁਰੂ ਅਰਜਨ ਸਾਹਿਬ ਜੀ ਨੇ ਸਵਾਲ ਕੀਤਾ, ਤੁਹਾਨੂੰ ਕਿਵੇਂ ਪਤਾ ਲੱਗਿਆ ਭਾਈ ਗੁਰਦਾਸ ਜੀ ਵੀ ਇਹ ਰੱਬ ਦੀ ਬਾਣੀ ਨਹੀਂ, ਇਹ ਖਸਮ ਦੀ ਬਾਣੀ ਨਹੀਂ? ਇਸ ਜਵਾਬ ਵੀ ਦਿੱਤੇ ਨੇ
ਵੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਸਨ ਕਿ ਸੱਚੇ ਪਾਤਸ਼ਾਹ ਜਿਵੇਂ ਇੱਕ ਕਮਰੇ ਦੇ ਵਿੱਚ ਕਈ ਮਨੁੱਖ ਇਕੱਠੇ ਹੋ ਕੇ ਗੱਲਾਂ ਕਰਨ, ਦਰਵਾਜ਼ਾ ਬੰਦ ਹੋਵੇ ਤੇ ਉਸ ਦੀ ਪਤਨੀ ਆਪਣੇ ਜੀਵਨ ਵਿੱਚ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਦੀ ਹੈ। ਕਈ ਬੰਦੇ ਬੋਲਦੇ ਨੇ ਪਰ ਜਦੋਂ ਉਹਦਾ ਪਤੀ ਬੋਲਦਾ ਹੈ ਉਹਨੂੰ ਆਪਣੇ ਪਤੀ ਦੀ ਆਵਾਜ਼ ਆਪਣੇ ਆਪ ਹੀ ਪਛਾਣ ਆ ਜਾਂਦਾ। ਤੁਮੈ ਸੁਕੰਤ ਨਾਰ ਹਮ ਸੋਈ। ਸੱਚੇ ਪਾਤਸ਼ਾਹ ਬਾਣੀ ਦੇ ਨਾਲ ਤੇ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ। ਮੇਰਾ ਸ਼ਬਦ ਗੁਰੂ ਮੇਰਾ ਖਸਮ ਹੈ, ਮੈਂ ਉਹਦੀ ਨਾਰ ਹਾਂ। ਮੈਨੂੰ ਨਾ ਪਤਾ ਲੱਗੇ ਵੀ ਮੇਰੇ ਖਸਮ ਦੇ ਬੋਲ ਕਿਹੜੇ ਨੇ। ਏਡੀ ਮਹਾਨਤਾ ਦੇ ਨਾਲ, ਇੰਨੇ ਪਿਆਰ ਦੇ ਨਾਲ ਜਦੋਂ ਗੱਲ ਕਹੀ, ਉਦਣ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਗੱਲ ਕਹੀ ਸੀ ਕਿ ਭਾਈ ਗੁਰਦਾਸ ਜੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲਾ ਵਿੱਚ ਰਲਾ ਨਾ ਧਰੀਏ। ਮੇਰੇ ਸਤਿਗੁਰੂ ਜੀ ਨੇ ਇਹ ਬਚਨ ਕਹਿ ਦਿੱਤੇ ਤੇ ਭਾਈ ਗੁਰਦਾਸ ਜੀ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਕਰੀਬ 1603 ਦੇ ਵਿੱਚ, ਜਿੱਥੇ ਅੱਜ ਰਾਮਸਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉੱਥੇ ਬੈਠ ਕੇ ਪਾਵਨ ਬਾਣੀ ਦੀ ਵਿਚਾਰ ਵੀ ਕਰਦੇ ਨੇ। ਨਾਲ ਨਾਲ ਪਾਵਨ ਬਾਣੀ ਦੀਆਂ ਜਿਹੜੀਆਂ 20 ਪੋਥੀਆਂ ਇਕੱਠੀਆਂ ਹੋ ਚੁੱਕੀਆਂ, ਧਿਆਨ ਮਾਰਨਾ, 20 ਪੋਥੀਆਂ, 19 ਪੋਥੀਆਂ, 4 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤ ਸਾਹਿਬਾਨਾਂ ਦੀ ਬਾਣੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਬਾਣੀ, 20 ਪੋਥੀਆਂ ਜਦੋਂ ਇਕੱਠੀਆਂ ਹੋ ਗਈਆਂ ਫਿਰ ਵਿਚਾਰ ਕੀਤੀ ਵੀ ਇਸ ਤਰੀਕੇ ਦੇ ਨਾਲ ਬਾਣੀ ਲਿਖੀ ਜਾਵੇ ਕਿ ਇਹਦੇ ਵਿੱਚ ਕੋਈ ਰਲਾ ਨਾ ਪਾ ਸਕੇ। ਕਿਤੇ ਧਿਆਨ ਮਾਰ ਕੇ ਗੁਰੂ ਦੀ ਬਾਣੀ ਦਾ ਸਿਮਰਨ ਕਰਿਓ। ਜਿਵੇਂ ਕਹਿ ਲਈਏ ਵੀ 7 ਅਸ਼ਟਪਦੀਆਂ ਲੰਘ ਚੁੱਕੀਆਂ ਨੇ, 7 ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਲੰਘ ਚੁੱਕੀਆਂ, ਅੱਗੇ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ਸ਼ੁਰੂ ਹੋ ਗਈਆਂ। ਹੁਣ ਉੱਥੇ ਲਿਖਣ ਦਾ ਤਰੀਕਾ ਦੇਖੋ, ਪਹਿਲਾਂ 8 ਪਦੇ ਲਿਖੇ ਜਾਂਦੇ ਨੇ, ਫਿਰ ਉਹ ਤੋਂ ਬਾਅਦ ਵਿੱਚ ਇੱਕ ਸ਼ਬਦ ਲਿਖਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ 7 ਅਸ਼ਟਪਦੀਆਂ ਜਿਹੜੀਆਂ ਪਹਿਲੀਆਂ ਨਿਕਲ ਗਈਆਂ, 2 ਡੰਡੀਆਂ ਪਾ ਕੇ 7 ਉਹ ਲਿਖੀਆਂ ਗਈਆਂ, ਫਿਰ ਉਸ ਤੋਂ ਅੱਗੇ ਫਿਰ ਅਗਲੇ ਖਾਨੇ ਦੇ ਵਿੱਚ ਜੋੜ ਕਰਕੇ 7 ਤੇ 1 8, ਇੱਥੋਂ ਤੱਕ 8 ਅਸ਼ਟਪਦੀਆਂ ਹੋ ਚੁੱਕੀਆਂ। ਵਾਰ-ਵਾਰ ਇਸ ਗੱਲ ਨੂੰ ਇਦਾਂ ਜੋੜ ਕੇ ਲਿਖਿਆ ਗਿਆ ਵੀ ਇੱਕ ਵੀ ਅੱਖਰ, ਇੱਕ ਵੀ ਸ਼ਬਦ ਕੋਈ ਦੂਜਾ ਐਡ ਨਾ ਕਰ ਸਕੇ। ਇਦਾਂ ਗੁਰੂ ਅਰਜਨ ਸਾਹਿਬ ਜੀ ਨੇ ਬੜੀ ਸੰਭਾਲ ਕਰਕੇ ਅੰਮ੍ਰਿਤ ਬਾਣੀ ਦਾ ਖਜ਼ਾਨਾ ਆਪ ਭਾਈ ਗੁਰਦਾਸ ਜੀ ਦੇ ਕੋਲ ਕਰੀਬ 1 ਸਾਲ ਦਾ ਸਮਾਂ ਲਾ ਕੇ ਰਾਮਸਰ ਦੇ ਕੰਢੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ 20 ਪੋਥੀਆਂ ਤੋਂ ਇੱਕ ਪੋਥੀ ਦੇ ਰੂਪ ਵਿੱਚ ਤਿਆਰ ਕੀਤਾ। ਇੱਕ ਪੋਥੀ ਦੇ ਰੂਪ 1604 ਦਾ ਸਮਾਂ ਆਇਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਸਰੂਪ ਤਿਆਰ ਹੋ ਚੁੱਕਿਆ, ਜਿਹਦੇ 974 ਪੰਨੇ ਨੇ। ਔਰ ਇਸ ਗ੍ਰੰਥ ਦੇ ਵਿੱਚ 34 ਰੱਬ ਦੇ ਪਿਆਰਿਆਂ ਦੀ ਬਾਣੀ ਦਰਜ ਹੈ। ਧਿਆਨ ਮਾਰ, 34 ਰੱਬ ਦੇ ਪਿਆਰਿਆਂ ਦੀ ਬਾਣੀ ਦਰਜ ਹੈ। 5 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤ ਸਾਹਿਬਾਨਾਂ ਦੀ ਬਾਣੀ ਤੇ ਉਸ ਤੋਂ ਉਪਰੰਤ 11 ਭੱਟ ਸਾਹਿਬਾਨਾਂ ਦੀ ਬਾਣੀ ਤੇ 3 ਗੁਰਸਿੱਖਾਂ ਦੀ ਬਾਣੀ। 34 ਰੱਬ ਦੇ ਪਿਆਰਿਆਂ ਦੀ ਇਹ ਪਾਵਨ ਬਾਣੀ ਦਰਜ ਸਤਿਗੁਰੂ ਜੀ ਨੇ ਇਹ ਖਜ਼ਾਨਾ ਤਿਆਰ ਕੀਤਾ ਹੈ। ਤੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਹੋ ਗਿਆ, ਉਸ ਤੋਂ ਬਾਅਦ ਫਿਰ ਭਾਈ ਗੁਰਦਾਸ ਜੀ ਨੇ ਇਹਦਾ ਇੰਡੈਕਸ ਤਿਆਰ ਕੀਤਾ, ਤਤਕਰਾ ਤਿਆਰ ਕੀਤਾ। ਬਾਅਦ ਵਿੱਚ ਤਤਕਰਾ ਤਿਆਰ ਹੋਇਆ। 974 ਪੰਨੇ ਸੇ। ਮੇਰੇ ਗੁਰੂ ਅਰਜਨ ਸਾਹਿਬ ਜੀ ਕਿੰਨੇ ਜਾਣੀ ਜਾਣ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਦੋਂ ਤਿਆਰ ਕਰਦੇ ਨੇ 974 ਪੰਨਿਆਂ ਦੇ ਵਿੱਚ ਕੁਝ ਪੰਨੇ ਖਾਲੀ ਛੱਡ ਦਿੱਤੇ ਗਏ। ਇੱਕ ਸੰਕੇਤ ਸੀ ਇਸ ਪਾਵਨ ਬਾਣੀ ਦੇ ਵਿੱਚ ਹੋਰ ਵੀ ਖਜ਼ਾਨਾ ਐਡ ਹੋਣਾ ਹੈ, ਹੋਰ ਵੀ ਖਜ਼ਾਨਾ ਦਰਜ ਹੋਣਾ ਹੈ। ਇਹ ਆਪਣੇ ਆਪ ਹੀ ਸਤਿਗੁਰੂ ਜੀ ਨੇ ਇੱਕ ਪ੍ਰਮਾਣ ਦੇ ਦਿੱਤਾ ਹੈ ਤਾਂ ਕਿ ਬਾਅਦ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ ਹੈ। ਹੁਣ ਧਿਆਨ ਮਾਰ, ਜਦੋਂ ਇਹ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ 20 ਪੋਥੀਆਂ ਤੋਂ ਇੱਕ ਪੋਥੀ ਦੇ ਰੂਪ ਵਿੱਚ ਸੁਭਾਏਮਾਨ ਕਰ ਦਿੱਤਾ ਗਿਆ, ਫਿਰ ਰਾਮਸਰ ਦੇ ਕੰਢੇ ਤੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਗ੍ਰੰਥ ਦਾ ਪ੍ਰਕਾਸ਼ ਕਰਨ ਦੇ ਲਈ ਬਚਨ ਕਹਿ ਦਿੱਤੇ ਨੇ। ਬਾਬਾ ਬੁੱਢਾ ਸਾਹਿਬ ਜੀ ਇਸ ਪਾਵਨ ਗ੍ਰੰਥ ਨੂੰ ਆਪਣੇ ਸੀਸ ਦੇ ਉੱਪਰ ਸੁਭਾਏਮਾਨ ਕਰਨਾ, ਇੰਨੀ ਉੱਚਤਾ। ਸਾਡੀ ਦਸਤਾਰ ਤੋਂ ਉੱਪਰ ਕੁਝ ਵੀ ਨਹੀਂ। ਜੇ ਸਾਡੀ ਦਸਤਾਰ ਤੋਂ ਉੱਚਾ ਕੋਈ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਜੇ ਸਾਡੇ ਸਿਰ ਤੋਂ ਵੀ ਉੱਚਾ ਕੋਈ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਸਿੱਖਾਂ ਇਹ ਸੀਸ
गुरु ग्रंथ साहिब के चरणों में ही झुकना चाहिए, किसी होर दे अगे नहीं। ये तेरी एडी अमोलक दात है। ये दस्तार किसी होर अगे झुकेगी तो निंदिया होवेगी, लोग भैड़ी बोली बोलणगे। ये दस्तार, ये सीस गुरु के चरणों में झुकेगा, तेरी महानता बनेगी, तेरी इज्जत बनेगी, तेरी शोभा बनेगी। चेते रखियो, जदों हुण गुरु ग्रंथ साहिब जी का पावन स्वरूप तैयार हो गया, रामसर के कंढे तो बाबा बुढ़ा साहब जी के सीस के उपर यह ग्रंथ सुभाईमान किया। गुरु अर्जन साहब जी शब्द गुरु का कितना सत्कार करते हैं। आप चौर साहब पकड़ लिया, चौर साहब पकड़ के सारी संगत नूं हुक्म किया, नगर कीर्तन का रूप कढ़ते हुए, नगर कीर्तन के रूप शब्द गाउंदे हुए रामसर के कंढे तो ये यात्रा आरंभ की। नगर कीर्तन आरंभ होया हरमंदर साहब जी की पावन धरती तक, पावन दरबार तक। हुण ध्यान मार, बहुत रमजां दित्तियां मेरे सतगुरु जी ने। जदों हुण हरमंदर साहब जी की पावन धरती ते पावन स्वरूप पहुँच गए ने, जिस तख्त ते सतगुरु जी सुभाईमान हुंदे सन, उस तख्त के उपर गुरु ग्रंथ साहिब महाराज जी का पावन स्वरूप सुभाईमान कीता है। पर गल बड़ी समझण वाली है। पहलां पोथियां दे अपनी गोद विच रखियां गईयां, अपनी झोली विच पवाईयां गईयां, ते जिहड़ा शरीर बैठदा सी लोग कहंदे सी ये गुरु है। गुरु अर्जन साहब जी कहंदे हुण सियाणप वरतिओ, हुण गुरु की हजूरी विच बैठण वाला शरीर गुरु नहीं, अपने आप नूं पासे कर लिया। एक प्रमाण सी वड्डा, शरीर नूं गुरु ना मन्निओ, शब्द नूं गुरु मन्निओ। वो पहला प्रमाण दिता है जदों अपना शरीर पोथी साहब तो वख करके गुरु अर्जन साहब जी संगत विच बैठ गए ने, ते अपने सिख बाबा बुढ़ा साहब जी नूं गुरु दे हजूरी विच बिठाया। एक गल समझाई से कि सिखा तू गुरु ग्रंथ साहब की हजूरी विच बैठे ते नाल ही तैनूं अज अधिकार दिन्ने आ, तैनूं अज ये प्यार दिन्ने आ, तैनूं अज ये बड़ा सत्कार दिन्ने आ, तैनूं ये रुतबा दिता जांदा है कि गुरु ग्रंथ साहब जी की पावन बाणी का प्रकाश भी तू आप ही करना है। इस सिख नूं गल समझाई सी। और जिस वेले गुरु ग्रंथ साहब की हजूरी विच बाबा बुढ़ा साहब जी सुभाईमान होए, शब्द पहला प्यारा कहा। मैं कई बारी इत्थे आके रुक जाना, जदों शब्द कहे ने कि बाबा बुढ़ा खोलो ग्रंथ ले आवाज़ सुने सब पंथ, जदों हुण ये शब्द कहे इहदे विच गहराई बड़ी सी। उत्थे एक गल बड़ी प्यारी प्रगट की है, इस ग्रंथ की संभाल करनी है सिखा, इस ग्रंथ की संभाल करी, सत्कार करी, प्यार करी, दीदार करी। पर चेते रखी तेरी जिंदगी का भला तां होना है जे संभाल करदा करदा नाल नाल भाल करेगा। गल बड़ी ध्यान वाली है। खोलण का मतलब की है, बाबा बुट्टा खोलो ग्रंथ, जे खोलांगे तां पढ़ांगे, जे खोलांगे तां उहनूं विचारांगे, जे खोलांगे तां ओदी बाणी नूं गावांगे। उत्थे खोलण दी गल दा अर्थ ही ये से कि जो प्रभ को मिल बो चाहे खोज शब्द में ले। प्यो दादे का खोल डिठा खजाना, उस पंक्ति का फिर ध्यान कर। उत्थे खोलण दी गल इस करके कई प्यो दादे दे खजाने नूं खोल के वेखिया, मैं पता लग्या इस खजाने वर्गा होर खजाना दुनिया विच दूजा है ही कोई नहीं। ये प्रमाण ने सानू खोजण की गल की गई। जिथे गुरु ग्रंथ साहब जी की बाणी की संभाल करनी है सिखा, उथे भाल करी। जो ब्रह्मंडे सोई पिंडे जो खोजै सो पावे, जिहड़ा खोजेगा वो पावेगा। हुण बड़ी ध्यान वाली गल है कि गुरु अर्जन साहब सच्चे पातशाह जी ने ये शब्द कहे कि बाबा बुढ़ा खोलो ग्रंथ ले आवाज़ सुने सब पंथ। गुरु अर्जन साहब जी के हुक्मां नूं अपने ध्यान विच रखते हुए बाबा बुढ़ा साहब जी ने प्रकाश किया गुरु ग्रंथ साहब महाराज जी का। ते सोही महला पंजवां पावन शब्द आया, संतां के काज आप खलोया, हर कम करावन आया राम, धरत सुहावी ताल सुहावा, बिच अमृत जल छाया राम। धन गुरु ग्रंथ साहब महाराज जी की पावन बाणी की आवाज़ पूरे पंथ तक पहुँचे। इस करके सतगुरु जी ने अपने गुरु की हजूरी दे विच
ਆਪਣੇ ਸਿੱਖ ਨੂੰ ਬਿਠਾਇਆ। ਸਿੱਖਾ ਤੈਨੂੰ ਇਸ ਪਾਵਨ ਬਾਣੀ ਦੇ ਖਜ਼ਾਨੇ ਦੀ ਮਹਾਨਤਾ ਪਤਾ ਲੱਗੇ, ਇਸ ਪਾਵਨ ਬਾਣੀ ਦੇ ਰੁਤਬੇ ਦਾ ਤੈਨੂੰ ਗਿਆਨ ਹੋ ਜਾਵੇ, ਪਾਵਨ ਬਾਣੀ ਕਿੰਨੀ ਕੁ ਉੱਤਮ ਹੈ ਤੈਨੂੰ ਪਤਾ ਲੱਗ ਜਾਵੇ। ਮੇਰੇ ਸਤਿਗੁਰੂ ਜੀ ਨੇ ਆਪਣੇ ਸਰੀਰ ਨੂੰ ਸ਼ਬਦ ਦੀ ਹਜ਼ੂਰੀ ਵਿੱਚੋਂ ਪਾਸੇ ਕਰ ਲਿਆ, ਵੀ ਕਿਤੇ ਭੁਲੇਖਾ ਨਾ ਖਾ ਜਾਣ ਸਿੱਖ ਵੀ ਹੁਣ ਵੀ ਸਰੀਰ ਦੇ ਨਾਲ ਨਹੀਂ। ਮੇਰੇ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੋਥੀ ਦੀ ਹਜ਼ੂਰੀ ਵਿੱਚ ਆਪ ਨਹੀਂ ਬੈਠੇ, ਆਪਣੇ ਸਿੱਖ ਨੂੰ ਬਿਠਾ ਦਿੱਤਾ। ਸਾਡਾ ਧਿਆਨ ਸਿੱਧਾ ਗੁਰੂ ਸ਼ਬਦ ਤੇ ਟਿਕ ਜਾਵੇ ਔਰ ਧਿਆਨ ਮਾਰ। ਜਿੱਦਣ ਸਾਰੇ ਸਰੀਰ ਨੂੰ ਪਾਸੇ ਕਰਨ ਦੀ ਗੱਲ ਆਈ, ਉਹ ਤੋਂ ਪਹਿਲਾਂ ਫਿਰ ਇੱਕ ਪਰਖ ਕੀਤੀ ਗਈ ਨਾ। ਗੁਰੂ ਅਰਜਨ ਸਾਹਿਬ ਜੀ ਨੇ 1604 ਦੇ ਵਿੱਚ ਇਹ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕੀਤਾ। ਉਸ ਸਮੇਂ ਨੂੰ ਅੱਜ ਵੀ ਆਪਾਂ ਯਾਦ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹਾਂ। ਚੇਤੇ ਰੱਖਿਓ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਗੁਰੂ ਨੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਨੇ। ਇਸ ਗੱਲ ਨੂੰ ਚੇਤੇ ਰੱਖਣਾ। ਐਡਾ ਉੱਚਾ ਰੁਤਬਾ ਹੈ। ਸਾਡਾ ਕੋਈ ਵੀ ਕਾਰਜ ਦੱਸ ਦਿਓ, ਸਾਡੇ ਜਨਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸ਼ੁਰੂ ਹੁੰਦੀ, ਸਾਡੀ ਮੌਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸ਼ੁਰੂ ਹੁੰਦੀ। ਭਾਵ ਕਿ ਸਾਡਾ ਜੰਮਣ ਮਰਨ ਤੇ ਸਾਡੇ ਗੁਰੂ ਦੀ ਬਾਣੀ ਨਾਲ। ਪਰ ਅਸੀਂ ਅੱਜ ਆਪਣੇ ਗੁਰੂ ਦਾ ਰੁਤਬਾ ਭੁੱਲ ਕੇ ਪਤਾ ਨਹੀਂ ਕਿੰਨੇ ਕੁ ਪਖੰਡੀਆਂ ਦੇ ਦਰ ਤੇ ਭਟਕਦੇ ਹਾਂ, ਕਿੰਨੇ ਕੁ ਲੋਕਾਂ ਨੂੰ ਆਪਣੇ ਜੀਵਨ ਵਿੱਚ ਧਾਗੇ ਤਵੀਰ ਜਾਦੂ ਟੂਣੇ ਮੜੀਆਂ ਮਸਾਂ ਪਤਾ ਨਹੀਂ ਕੀ ਕੁਝ ਪੈਦਾ ਕਰਕੇ ਬੈਠ ਗਏ ਹਾਂ। ਪਰ ਸਾਨੂੰ ਭੁੱਲ ਗਿਆ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤੇ ਜ਼ਰੂਰ ਮੰਨਦੇ ਹਾਂ, ਖਿਮਾ ਕਰਿਓ, ਪਰ ਗੁਰੂ ਦੀ ਮੰਨਣ ਤੋਂ ਇਨਕਾਰੀ ਹੋ ਗਏ। ਅੱਜ ਜਦੋਂ ਪਿੰਡਾਂ ਵਿੱਚ ਜਾਈਦਾ ਨਾ, ਐਡਾ ਭਿਆਨਕ ਸਮਾਂ ਆ ਚੁੱਕਿਆ, ਮੰਨਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੀ ਆ, ਸਿਰ ਝੁਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਹੈ। ਪਰ ਕਹਿੰਦੇ ਇਹ ਨੀਵੀਂ ਜਾਤ ਵਾਲਿਆਂ ਦਾ ਗੁਰਦੁਆਰਾ ਤੇ ਉਹ ਉੱਚੀ ਜਾਤ ਵਾਲਿਆਂ ਦਾ। ਧਿਆਨ ਮਾਰੋ, ਮੇਰੇ ਵਰਗੇ ਨੂੰ ਜੇ ਆਪਣੇ ਘਰ ਵਿੱਚ ਪ੍ਰੋਗਰਾਮ ਕਰਾਉਣਾ ਹੋਵੇ ਨਾ, ਕਹਿੰਦਾ ਨੇੜੇ ਭਾਵੇਂ ਗੁਰਦੁਆਰਾ ਹੋਵੇ, ਕਹਿੰਦਾ ਇਹ ਤੇ ਨੀਵੀਂ ਜਾਤ ਦਾ ਗੁਰਦੁਆਰਾ ਵਾ, ਇੱਥੋਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ, ਆਪਾਂ ਆਪਣੇ ਵਾਲੇ 'ਚ ਲੈ ਕੇ ਆਵਾਂ। ਉੱਥੇ ਵਿਤਕਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਸਾਡਾ ਵਿਤਕਰਾ। ਪਰ ਇੱਥੇ ਤੇ ਗੱਲ ਇੱਕ ਓੰਕਾਰ ਦੀ ਹੈ ਤੇ ਇੱਕ ਸ਼ਬਦ ਇਹ ਗੱਲ ਕਹਿ ਰਿਹਾ, ਸਿੱਖਾ ਤੇਰੀ ਏਕਤਾ ਹੋਣੀ ਚਾਹੀਦੀ ਹੈ। ਤੂੰ ਏਕਤਾ ਦੇ ਸੂਤਰ ਵਿੱਚ ਪਰੋਤਾ ਜਾਵੇਂ ਜਦੋਂ ਤੂੰ ਇੱਕ ਓੰਕਾਰ ਕਹੇ, ਕਿਉਂਕਿ ਇੱਕ ਓੰਕਾਰ ਇਹ ਗੱਲ ਕਹਿ ਰਿਹਾ ਸਾਰਿਆਂ ਵਿੱਚ ਹੀ ਰੱਬ ਬੈਠਾ ਹੈ। ਤੈਨੂੰ ਇਸ ਗੱਲ ਦਾ ਗਿਆਨ ਹੋ ਜਾਵੇ, ਧਿਆਨ ਮਾਰਨਾ, ਇਹ ਬੇਨਤੀ ਕਰਕੇ ਖਿਮਾ ਦਾ ਜਾਚਕ ਹੋ ਜਾਣਾ। ਸਾਰਿਆਂ ਵਿੱਚ ਰੱਬ ਬੈਠਾ ਹੈ। ਇੱਕ ਓੰਕਾਰ ਪੜ੍ਹ ਕੇ ਤੈਨੂੰ ਐਡਾ ਭਰੋਸਾ ਵੱਧ ਜਾਵੇ ਕਿ ਏਕ ਪਿਤਾ ਇੱਕ ਕੇ ਹਮ ਬਾਰਿਕ, ਸਾਡਾ ਇੱਕੋ ਪਿਤਾ ਹੈ, ਅਸੀਂ ਇੱਕੋ ਦੇ ਬੱਚੇ ਹਾਂ। ਭੁਲੇਖਾ ਕਿਸ ਗੱਲ ਦਾ ਹੈ? ਭੁਲੇਖਾ ਕਿਸ ਗੱਲ ਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਸਾਡੇ ਗੁਰੂ ਨੇ, ਇਹ ਤੋਂ ਵੱਖਰਾ ਚੱਲ ਕੇ ਸਾਡਾ ਭਲਾ ਕੋਈ ਨਹੀਂ। ਮੈਂ ਕਈ ਵਾਰੀ ਉਹ ਪੰਕਤੀਆਂ ਜ਼ਰੂਰ ਦੁਹਰਾਉਣਾ ਜਿਹੜੀਆਂ ਭਾਈ ਚਰਨ ਸਿੰਘ ਸਫਰੀ ਨੇ ਲਿਖੀਆਂ ਨਾ। ਕਿਤੇ ਉਹਨਾਂ ਪੰਕਤੀਆਂ ਦਾ ਇਕਾਗਰਤਾ ਦੇ ਨਾਲ ਬੈਠ ਕੇ ਸਿਮਰਨ ਕਰਿਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਰੁਤਬਾ ਪਤਾ ਲੱਗੇਗਾ। ਫਿਰ ਧੰਨ ਰਵਿਦਾਸ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ ਨਜ਼ਰ ਆਵੇਗਾ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਤੁਹਾਨੂੰ ਫਰਕ ਨਹੀਂ ਨਜ਼ਰ ਆਵੇਗਾ। ਫਿਰ ਤੁਹਾਨੂੰ ਲੱਗੇਗਾ ਵੀ ਗੁਰੂ ਨਾਨਕ ਦੇ ਵਿੱਚੋਂ ਹੀ ਧੰਨ ਰਵਿਦਾਸ ਜੀ ਦੇ ਦਰਸ਼ਨ ਨੇ ਤੇ ਧੰਨ ਰਵਿਦਾਸ ਜੀ ਦੇ ਵਿੱਚੋਂ ਗੁਰੂ ਨਾਨਕ ਦਾ ਝਲਕਾਰਾ ਪੈ ਰਿਹਾ। ਇਹ ਰੁਤਬਾ ਹੈ ਮੇਰੇ ਸਤਿਗੁਰੂ ਦਾ। ਮੇਰਾ ਗੁਰੂ ਨਹੀਂ ਕਦੇ ਬਦਲਦਾ, ਉਹਦਾ ਰੂਪ ਇੱਕ ਹੈ। ਤੇ ਚਰਨ ਸਿੰਘ ਸਫਰੀ ਨੇ ਬੜੀਆਂ ਪਿਆਰੀਆਂ ਲਿਖਤਾਂ ਲਿਖੀਆਂ। ਉਹ ਕਹਿੰਦੇ ਇਹ ਗੁਰੂ ਗ੍ਰੰਥ ਦੀ ਜੋਤੀ ਏ, ਜਿਸ ਦਾ ਪ੍ਰਤੱਖ ਨਜ਼ਾਰਾ ਏ। ਇੱਕ ਸਫੇ ਤੇ ਨਾਨਕ ਬੈਠਾ ਹੈ, ਦੂਜੇ ਰਵਿਦਾਸ ਪਿਆਰਾ ਏ। ਇੱਥੇ ਸੋਨਾ ਬਣ ਕੇ ਉਗੜੀਆਂ ਲਿਖਤਾਂ ਨੇ ਸ਼ੇਖ ਫਰੀਦ ਦੀਆਂ, ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਦੀ ਪਾਕ ਉਮੀਦ ਦੀਆਂ। ਇੱਥੇ ਰੱਬ ਬਰਾਬਰ ਮਿਲਿਆ ਹੈ ਸਨਮਾਨ ਕਬੀਰ ਜੁਲਾਹੇ ਨੂੰ। ਇੱਥੇ ਨਾਮਦੇਵ ਕੋਈ ਸ਼ਿੰਬਾ ਵੀ ਬੈਠਾ ਹੈ ਖੱਟ ਕੇ ਲਾਹੇ ਨੂੰ। ਇੱਥੇ ਸੈਣ ਨਾਈ ਵੇ ਉਧਰ ਗਿਆ।
ਤੇ ਰੁਤਬਾ ਪਾਇਆ ਧੰਨੇ ਨੇ। ਇਹਦੇ ਇੱਕ ਇੱਕ ਪਾਵਨ ਪੰਨੇ ਤੇ ਖਿਲਰੇ ਕਈ ਪਾਵਨ ਪੰਨੇ ਨੇ। ਕੋਈ ਮਨ ਚਿੱਤ ਲਾ ਕੇ ਪੜ੍ਹੇ ਜਦੋਂ ਗੁਰੂ ਨੌਵੇਂ ਦਿਆਂ ਸ਼ਲੋਕਾਂ ਨੂੰ, ਇਹ ਸੱਚ ਦਾ ਰਾਹ ਹਕੀਕਤ ਦਾ ਕਲਯੁਗ ਦੇ ਭੁੱਲੜੇ ਲੋਕਾਂ ਨੂੰ, ਇਹ ਸੱਚ ਦਾ ਰਾਹ ਹਕੀਕਤ ਦਾ ਕਲਯੁਗ ਦੇ ਭੁੱਲੜੇ ਲੋਕਾਂ ਨੂੰ। ਮੇਰੇ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਬੜਾ ਉੱਚਾ ਹੈ। ਅੱਜ ਜੇ ਧਾਰੀਆਂ ਦੇ ਚੇਲੇ ਰੌਲਾ ਪਾਉਂਦੇ ਫਿਰਦੇ ਨੇ, ਉਹ ਸਰਕਾਰਾਂ ਨੇ ਸਾਡਾ ਗੁਰੂ ਬਦਲਤਾ। ਪਾਇਆ ਨਾ ਰੌਲਾ ਸਰਸੇ ਵਾਲੇ ਸਾਧ ਦੇ, ਕਹਿੰਦੇ ਜੀ ਸਾਡਾ ਗੁਰੂ ਹੀ ਬਦਲਤਾ ਇਹਨਾਂ ਨੇ। ਉਹ ਗੁਰੂ ਹੀ ਕਾਹਦਾ ਜਿਹੜਾ ਬਦਲ ਜਾਵੇ? ਕਹਿੰਦੇ ਸਾਡਾ ਪਿਓ ਹੀ ਬਦਲਤਾ। ਧਿਆਨ ਮਾਰਨਾ, ਇਹਨਾਂ ਪਾਪੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਪਰ ਚੇਤੇ ਰੱਖਿਓ ਮੇਰਾ ਗੁਰੂ ਨਹੀਂ ਬਦਲਿਆ। ਮੇਰੇ ਗੁਰੂ ਦੀ ਕਾਹਦੀ ਬੇਅਦਬੀ ਹੋਈ? ਉਹ ਤੇ ਜੁਗੋ ਜੁਗ ਅਟਲ ਹੈ। ਪਰ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਉਹਨਾਂ ਦਾ ਬੇੜਾ ਗਰਕ ਜ਼ਰੂਰ ਹੋਇਆ, ਉਹਨਾਂ ਦਾ ਕੱਖ ਵੀ ਨਹੀਂ ਰਿਹਾ। ਕਲੰਕ ਤੇ ਉਹਨਾਂ ਨੂੰ ਲੱਗਿਆ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਕੋਈ ਕਲੰਕ ਲੱਗਿਆ ਹੀ ਨਹੀਂ, ਕੋਈ ਦਾਗ ਲੱਗਿਆ ਹੀ ਨਹੀਂ। ਇਹ ਤੇ ਉਸੇ ਤਰ੍ਹਾਂ ਹੀ ਮੁਕੰਮਲ ਹੈ, ਇਹਦੇ ਵਿੱਚ ਕੋਈ ਊਣਤਾਈ ਨਹੀਂ। ਗੁਰੂ ਇਦਾਂ ਦਾ ਹੋਵੇ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਦੁਬਾਰਾ ਗੁਰੂ ਲੱਭਣ ਦੀ ਲੋੜ ਹੀ ਨਾ ਪਵੇ, ਇਦਾਂ ਦੇ ਗੁਰੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ। ਗੁਰੂ ਜੀ ਕਿਰਪਾ ਕਰਨ। ਸਾਰੀ ਸੰਗਤ ਦਾ, ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੇ ਸਮੁੱਚੇ ਵੀਰਾਂ ਦਾ, ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਹੈ। 5 ਦਿਨਾਂ ਦਾ ਇਹ ਗੁਰਮਤਿ ਸਮਾਗਮ ਹੈ। ਪਹਿਲੇ ਦਿਨ ਦੀ ਇਹ ਆਰੰਭਤਾ ਹੈ। ਏਡੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਜੁੜੀਆਂ ਨੇ। ਪਹਿਲਾਂ ਵੀ ਮੈਂ ਦਰਸ਼ਨ ਬਹੁਤ ਵਾਰੀ ਕੀਤੇ ਨੇ, ਰੋਜ਼ਾਨਾ ਕਥਾ ਕਰੀਦੀ ਹੈ, ਪਰ ਐਤਵਾਰ ਨੂੰ ਸੰਗਤ ਬਹੁਤ ਘੱਟ ਹੁੰਦੀ ਹੈ। ਯਤਨ ਕਰਿਓ ਪਿਆਰਿਓ, ਇਹ ਤੁਹਾਡਾ ਗੁਰਦੁਆਰਾ ਹੈ, ਇਹ ਤੁਹਾਡੇ ਲਈ ਹੀ ਬਣਿਆ ਹੈ। ਏਡਾ ਵੱਡਾ ਪ੍ਰਬੰਧ ਕਰਦੇ ਨੇ ਪ੍ਰਬੰਧਕ ਸੱਜਣ, ਗੁਰੂ ਕੇ ਲੰਗਰ ਚੱਲਦੇ ਨੇ। ਸਮਾਂ ਕੱਢਿਆ ਕਰੋ ਪਿਆਰਿਓ, ਤੁਹਾਡੇ ਬੱਚਿਆਂ ਦਾ ਭਲਾ ਹੋਵੇਗਾ, ਤੁਹਾਡਾ ਭਲਾ ਹੋਵੇਗਾ। ਗੁਰੂ ਨਾਲ ਜੁੜਾਂਗੇ, ਬਾਣੀ ਪੜਾਂਗੇ, ਨਸ਼ਿਆਂ ਦੇ ਵਿੱਚ ਗਰਕ ਹੋਣ ਤੋਂ ਬਚ ਜਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ